गुरु रूप साध संगत जी, वाहिगुरु जी का खालसा वाहिगुरु जी की फतेह। आप सब दर्शकों का मुड़ तो एक बार बहुत बहुत स्वागत है जी ਤੁਹਾਡੇ अपने चैनल ਤੇ ਜਿਹਦਾ ਨਾਮ है जी विरसा चैनल, ਜਿੱਥੇ ਤੁਸੀਂ ਅਲੱਗ-ਅਲੱਗ ਪ੍ਰਕਾਰ ਦੇ ਵਲੌਗਸ, ਟਰਬਨ ਟਿਊਟੋਰੀਅਲਸ ਤੇ ਸੋਸ਼ਲ ਅਵੇਅਰਨੈਸ ਵੀਡੀਓ ਦੇਖਦੇ ਹੋ ਜੀ। ਤੇ ਅੱਜ ਇਸੇ ਸੰਬੰਧ ਦੇ ਵਿੱਚ ਅਸੀਂ ਇੱਕ ਹੋਰ ਵਲੌਗ ਆਪ ਜੀ ਦੇ ਸਾਹਮਣੇ ਲਿਆਏ ਹਾਂ। ਵਲੌਗ ਨਹੀਂ, ਇੱਕ ਸਮਝ ਲਓ ਇੱਕ ਸਨਮਾਨ ਵੀਡੀਓ ਹੀ ਹੈ। ਇਹ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਮੈਂ ਇੱਕ ਪਿਛਲੀ ਵਾਰ ਇੱਕ ਵੀਡੀਓ ਪਾਈ ਸੀ ਜੇ ਕਿ ਕੋਵਿਡ-19 ਸਿੱਖ ਵੋਲੰਟੀਅਰਸ ਟੀਮ ਤੇ, ਜੋ ਕਿ ਕਸ਼ਮੀਰ ਦੇ ਵਿੱਚ ਬਹੁਤ ਹੀ ਸੋਹਣੀ ਸੇਵਾ ਨਿਭਾ ਰਹੇ ਨੇ। ਤੇ ਅੱਜ ਉਹੀ ਸੇਵਾ ਜਿਹੜੀ ਹੈ ਜੀ ਆਪ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਤੇ ਇਹ ਅਸੀਂ ਪਹਿਲਾ ਪਾਰਟ ਉਹਦਾ ਲੈ ਕੇ ਆਏ ਹਾਂ ਜਿਹੜੀ ਕਿ ਲੰਗਰ ਸੇਵਾ ਦੇ ਨਾਲ ਸੰਬੰਧਿਤ ਹੈ। ਇਸ ਬਾਰੇ ਅੱਜ ਮੇਰੇ ਨਾਲ ਇਸੇ ਕਰਕੇ ਮੇਰੇ ਬਹੁਤ ਪਿਆਰੇ ਵੀਰ ਅਮਨਪ੍ਰੀਤ ਸਿੰਘ ਜੀ ਤੇ ਮੇਰੇ ਬਹੁਤ ਪਿਆਰੇ ਵੀਰ ਨੇ। ਇਸ ਬਾਰੇ ਤੁਸੀਂ ਹੋਰ ਵੀਰ ਜੀ ਥੋੜਾ ਜਿਹਾ ਸੰਗਤਾਂ ਨੂੰ ਦੱਸੋ। ਜੀ ਸੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਆਪਾਂ ਜਾਵਾਂਗੇ ਸਿਟੀ ਦੇ ਉਹਨਾਂ ਨੌਜਵਾਨਾਂ ਨੂੰ ਮਿਲਣ ਜੋ ਸਾਡੀ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ, ਬਾਕੀ ਲੋਕਾਂ ਨੂੰ ਸਰਵ ਕਰ ਰਹੇ ਨੇ ਬਿਨਾਂ ਕਿਸੇ ਆਪਣੇ ਵਿਤਕਰੇ ਜਾਂ ਆਪਣੇ ਕਿਸੇ ਫਾਇਦੇ ਦੇ ਕਰਕੇ। ਜਿੰਨੇ ਵੀ ਸਾਡੇ ਸਿਟੀ 'ਚ ਹਸਪੀਟਲ ਨੇ ਉਹਨਾਂ 'ਚ ਜਿੰਨੇ ਵੀ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਜਾ ਕੇ ਲੰਗਰ ਵਰਤਾ ਰਹੇ ਨੇ ਉਹਨਾਂ ਲੋਕਾਂ ਨੂੰ, ਉਹਨਾਂ ਸੰਗਤਾਂ ਨੂੰ ਜਿਹੜੇ ਕਿ ਹਸਪੀਟਲਾਈਜ਼ਡ ਨੇ, ਕੋਵਿਡ-19 ਨਾਲ ਪ੍ਰਭਾਵਿਤ ਨੇ ਤੇ ਉਹਨਾਂ ਕੋਲ ਜਿਹੜਾ ਕੋਈ ਮਿਲਣ ਨਹੀਂ ਜਾ ਸਕਦਾ ਉਹਨਾਂ ਦਾ ਰਿਸ਼ਤੇਦਾਰ, ਉਹਨਾਂ ਨੂੰ ਜਾ ਕੇ ਉਹ ਲੰਗਰ ਦੀ ਸੇਵਾ ਕਰ ਰਹੇ ਨੇ। ਸਵੇਰ ਤੇ ਦਿਨ ਤੇ ਸ਼ਾਮ ਤਿੰਨੋਂ ਟਾਈਮ ਉਹਨਾਂ ਨੂੰ ਖਾਣਾ ਪਹੁੰਚਾ ਰਹੇ ਨੇ। ਉਹਨਾਂ ਨੂੰ ਫੇਸ ਸ਼ੀਲਡ, ਮਾਸਕ, ਗਲਵ, ਉਹਨਾਂ ਨੂੰ ਸਾਰੀ ਕਿੱਟ ਪਹੁੰਚਾਈ ਜਾ ਰਹੀ ਹੈ। ਉਹਨਾਂ ਨੂੰ ਸਾਰੀ ਜਿਹੜੀ ਦਵਾਈਆਂ ਨੇ ਉਹ ਪਹੁੰਚਾਈ ਜਾ ਰਹੀਆਂ ਨੇ। ਤੇ ਆਪਾਂ ਇਹਨਾਂ ਨੌਜਵਾਨਾਂ ਨੂੰ ਅੱਜ ਇਹਨਾਂ ਦੇ ਬੜੇ ਹੀ ਨੇੜੇ ਜਾ ਕੇ ਇਹਨਾਂ ਦੇ ਨਾਲ ਇਹਨਾਂ ਦਾ ਕੰਮ ਦੇਖਾਂਗੇ, ਤੁਹਾਨੂੰ ਵੀ ਦੱਸਾਂਗੇ ਤੇ ਨਾਲੇ ਹੀ ਆਪਾਂ ਇਹਨਾਂ ਦੇ ਕੰਮ ਦੇ ਨਾਲ ਇਹਨਾਂ ਦੀ ਹੈਲਪ ਵੀ ਕਰਾਂਗੇ ਥੋੜੀ ਜੀ ਜਿੰਨੀ ਕਿ ਸਾਡੇ ਕੋਲ ਹੋ ਸਕੇ। ਤੇ ਆਪ ਜੀ ਨੂੰ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਗੱਲ ਹੈ। ਇਹ ਸੇਵਾ ਜਿਹੜੀ ਹੈ ਐਸੀ ਸੇਵਾ ਹੋ ਰਹੀ ਹੈ ਨਾ ਇਸ ਵਕਤ ਕਸ਼ਮੀਰ ਦੇ ਵਿੱਚ ਜਿਹੜੀ ਬਾਕੀ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਹੋ ਰਹੀ, ਕਿਉਂਕਿ ਅੱਜ ਪਹਿਲੀ ਵਾਰ ਸਾਰੇ ਜਿਹੜੀ ਸੰਸਥਾਵਾਂ ਨੇ ਕਸ਼ਮੀਰ ਦੀਆਂ ਉਹ ਮਿਲ ਕੇ ਇਹ ਸੇਵਾ ਕਰ ਰਹੇ ਨੇ। ਸਾਰੇ ਸੰਸਥਾਵਾਂ ਮਿਲ ਕੇ ਉਹਨਾਂ ਨੇ ਟੀਮ ਤਿਆਰ ਕੀਤੀ ਜਿਹਨੂੰ ਅਸੀਂ ਅੱਜ ਕਹਿ ਰਹੇ ਹਾਂ ਕੋਵਿਡ-19 ਸਿੱਖ ਵੋਲੰਟੀਅਰ ਟੀਮ। ਸੰਸਥਾਵਾਂ ਨੇ ਜੀ ਜਿਵੇਂ ਕਿ ਆਪਾਂ ਕਹਿ ਲਈਏ ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ, ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ, ਗੁਰੂ ਹਰਕ੍ਰਿਸ਼ਨ ਜੀਵਨ ਜੋਤ ਸੁਸਾਇਟੀ ਹੈ ਉਹ, ਤੇ ਨਾਲ ਹੀ ਨਾਲ USF ਜੋ ਇਸ ਵਕਤ ਫਰੰਟ ਲਾਈਨ ਜਿਹੜੇ ਟੀਮਸ ਨੇ, ਜਿਹੜੇ ਫਰੰਟ ਲਾਈਨ ਕੰਮ ਕਰ ਰਹੇ ਨੇ, ਵਾਰੀਅਰਸ ਨੇ ਬਿਲਕੁਲ, ਤੇ ਉਹ ਵੀ ਇਹਦੇ ਵਿੱਚ ਜੁੜੇ ਹੋਏ ਨੇ। ਉਸੇ ਦੇ ਨਾਲ ਸਾਡੇ ਕੋਮਨ ਲਾਇਬ੍ਰੇਰੀ ਦੇ ਮੈਂਬਰਸ ਨੇ ਉਹ ਵੀ ਜੁੜੇ ਹੋਏ ਨੇ ਜੀ। ਸੋ ਆਓ ਤੁਹਾਨੂੰ ਹੁਣ ਸਿੱਧਾ ਲੈ ਕੇ ਚੱਲਾਂਗੇ ਜੀ ਅਸੀਂ ਨਿਰਮਾਣ ਕੰਪਲੈਕਸ ਦੇ ਵਿੱਚ, ਜੋ ਕਿ ਇਸ ਵਕਤ ਇਸ ਸਾਰੀ ਚੀਜ਼ ਦਾ ਪਹਿਲਾਂ ਦਾ ਸੋਰਸ ਬਣਿਆ ਹੈ, ਕਿਉਂਕਿ ਅਸੀਂ ਲੰਗਰ ਪਾਠ ਬਣਾ ਰਹੇ ਹਾਂ ਪਹਿਲੇ, ਉਸ ਤੋਂ ਬਾਅਦ ਇਹਨਾਂ ਬੰਦਿਆਂ ਦੇ ਨਾਲ ਹੋਰ ਇੰਟਰੈਕਸ਼ਨ ਕਰਾਂਗੇ। ਪਹਿਲਾਂ ਲੰਗਰ ਪਾਠ ਜੋ ਕਿ ਲੰਗਰ ਤੇ ਹੋਰ ਕਈ ਜ਼ਰੂਰੀ ਸੇਵਾਵਾਂ ਪੇਸ਼ੈਂਟਸ ਤੱਕ ਪਹੁੰਚ ਰਹੀਆਂ ਨੇ ਜੋ ਹਸਪੀਟਲਾਈਜ਼ ਨੇ, ਉਹ ਅਸੀਂ ਸੇਵਾ ਪਹਿਲਾਂ ਤੁਹਾਨੂੰ ਦਿਖਾਵਾਂਗੇ। ਸੋ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਪੂਰੀ ਵੀਡੀਓ ਜ਼ਰੂਰ ਦੇਖਣੀ ਹੈ ਤੇ ਆਂਦੇ ਵਿੱਚ ਸਬਸਕ੍ਰਾਈਬ ਵੀ ਕਰਨਾ ਹੈ ਚੈਨਲ ਨੂੰ, ਲਾਈਕ ਵੀ ਕਰਨੀ ਹੈ ਤੇ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਸਾਡੇ ਇਹਨਾਂ ਵਾਰੀਅਰਸ ਦਾ ਮਾਣ ਹੌਸਲਾ ਹਮੇਸ਼ਾ ਵੱਧਦਾ ਰਹਿਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਪ੍ਰੀਕਾਸ਼ਨਸ ਨੂੰ ਵੀ ਫੋਲੋ ਕਰਨਾ ਹੈ। ਸੋ ਆਓ ਸਾਡੇ ਨਾਲ ਦੇ ਨਾਲ ਜੀ ਬੈਲ ਆਈਕਨ ਜ਼ਰੂਰ ਦਬਾ ਦਿਓ ਜਿਹਦੇ ਨਾਲ ਸਾਡੀ ਨਵੀਂ ਵੀਡੀਓ ਜਦੋਂ ਵੀ ਆਊਗੀ ਤੁਹਾਨੂੰ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਮਿਲ ਜਾਊਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਨਿਰਮਾਣ ਕੰਪਲੈਕਸ ਦੇ ਵਿੱਚ, ਇਹ ਕੰਪਲੈਕਸ ਹੈਗਾ ਤੁਸੀਂ ਪਹਿਲਾਂ ਵੀ ਮੇਰੀ ਵੀਡੀਓ ਦੇ ਵਿੱਚ ਕਾਫੀ ਵਾਰੀ ਦੇਖ ਚੁੱਕੇ ਹੋਗੇ। ਇਸ ਕੰਪਲੈਕਸ ਦੇ ਵਿੱਚ ਤੁਸੀਂ ਤੁਹਾਨੂੰ ਦੱਸ ਦੇਵਾਂ ਵੈਡਿੰਗ ਫੰਕਸ਼ਨਸ ਹੁੰਦੀ ਨੇ ਤੇ ਨਾਲ ਦੇ ਨਾਲ ਕਈ ਕੰਪਲੈਕਸ ਹੈ ਤੇ ਮਾਰਕੀਟ ਜਿਹੜੇ ਨੇ, ਬਿਜ਼ਨਸ ਮਾਰਕੀਟ, ਹੋਰ ਕਈ ਮਾਰਕੀਟ ਜਿਹੜੇ ਨੇ ਇਸ ਕੰਪਲੈਕਸ ਦੇ ਵਿੱਚ ਹੈ ਨੇ। ਪਰ ਅੱਜ ਜਿਹੜਾ ਇਹ ਕੰਪਲੈਕਸ ਹੈ ਇਹੀ ਇੱਕ ਜਿਹੜਾ ਮੈਂ ਕਿਹਾ ਸੀ ਪਹਿਲਾਂ ਵੀ ਸੋਰਸ ਬਣਿਆ ਹੋਇਆ ਹੈ ਜਿੱਥੋਂ ਦੀ ਲੰਗਰ ਜਿਹੜਾ ਹੈ ਜੀ ਅਲੱਗ-ਅਲੱਗ ਸਥਾਨਾਂ ਤੱਕ ਜਾਂਦਾ ਹੈ। ਤੇ ਇੱਥੇ ਹੀ ਜਿਹੜੇ ਸਾਡੇ ਸੇਵਾਦਾਰ ਨੇ ਉਹ ਸਾਰੇ ਇੱਥੇ ਕੰਮ ਕਰਦੇ ਨੇ। ਵੀਰ ਅਮਨਪ੍ਰੀਤ ਸਿੰਘ ਜੀ ਅੰਦਰ ਗਏ ਨੇ, ਉਹਨਾਂ ਨਾਲ ਵੀ ਅਸੀਂ ਵਾਪਸ ਮਿਲਾਪ ਕਰਾਂਗੇ। ਪਰ ਤਦ ਤੱਕ ਮੈਂ ਜਿਹੜਾ ਸੀ ਤੁਹਾਨੂੰ ਕੰਪਲੈਕਸ ਬਾਰੇ ਥੋੜ੍ਹਾ ਦੱਸ ਦੇਵਾਂ ਤਾਂ ਇਹ ਕੰਪਲੈਕਸ ਜਿਹੜਾ ਜੀ ਤੁਸੀਂ ਬਡਗਾਮ ਦੇ ਹੇਠਾਂ ਵਿੱਚ ਆਉਂਦਾ ਹੈ ਤੇ ਇਹ ਸਾਰਾ ਕੰਪਲੈਕਸ ਜਿਹੜਾ ਜੀ ਸਿੱਖਾਂ ਦੇ ਕਰਕੇ ਹੀ ਬਣਾਇਆ ਗਿਆ, ਸਿੱਖਾਂ ਦੀ ਵੈਡਿੰਗ ਫੰਕਸ਼ਨ ਦੇ ਕਰਕੇ। ਹੋਰ ਕਈ ਜਿਹੜੇ ਫੰਕਸ਼ਨ ਹੁੰਦੇ ਨੇ ਤੇ ਨਾਲ ਜਿਹੜਾ ਮਾਰਕੀਟ ਚੱਲਦਾ ਸਿੱਖਾਂ ਦਾ ਉਹ ਉਹਨਾਂ ਦੇ ਕਰਕੇ ਬਣਾਇਆ ਹੋਇਆ ਹੈ। ਅੱਜ ਜਿਹੜਾ ਤੁਸੀਂ ਸਾਰਾ ਦੇਖ ਰਹੇ ਹੋ ਸਾਰਾ ਜਿਹੜਾ ਹੈ ਜੀ ਅੰਦਰ ਜਿਹੜਾ ਜੀ ਹੁਣ ਜਿਹੜਾ ਜਿੱਥੇ ਲੰਗਰ ਤਿਆਰ ਹੁੰਦਾ ਹੈ, ਹੁਣ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ ਜਿਹੜੇ ਵੀਰ ਦਰਸ਼ਨ ਇਹ ਸਾਰਾ ਕੰਮ ਸਾਰਾ ਪ੍ਰਬੰਧ ਸੰਭਾਲਦੇ ਨੇ। ਸੋ ਆਓ ਜਿਨ੍ਹਾਂ ਨੂੰ ਤੁਸੀਂ PPE ਕਿੱਟ ਦਾ ਵੀ ਦੇਖਦੇ ਹੋ, ਜੋ ਸ਼ਾਇਦ ਜੇ ਅਗਰ ਗੁਰੂ ਨਾ ਕਰੇ ਸਾਡੇ ਵਿੱਚ ਕੋਈ ਐਸੇ ਹੁੰਦੇ ਨੇ ਜੋ ਸ਼ਾਇਦ ਪੋਜ਼ਿਟਿਵ ਹੋ ਕੇ ਫਿਰ ਰਿਕਵਰ ਹੋ ਚੁੱਕੇ ਨੇ,
ਉਹਨਾਂ ਨੂੰ ਪਤਾ ਹੋਏਗਾ ਕਿਹੜੇ ਵੀਰ ਉਹਨਾਂ ਦੇ ਘਰ ਆ ਕੇ ਜਿਹੜੇ ਵੀ ਕਿੱਦਾਂ ਛੋੜ ਦਿੰਦੇ ਸੀ, ਜਾਂ ਕੋਈ ਹਸਪੀਟਲ ਤੋਂ ਵੀ ਵਾਪਸ ਆਏ ਹੋਏ ਨੇ, ਉਹਨਾਂ ਨੂੰ ਵੀ ਪਤਾ ਹੋਏਗਾ ਕਿ ਕੌਣ ਉਹਨਾਂ ਨੂੰ ਲੰਗਰ ਦਿੰਦੇ ਹੋਣਗੇ। ਪਰ ਤੁਸੀਂ ਇਹਨਾਂ ਨੂੰ ਬੀਬੀ ਕਿਟ ਦੇ ਵਿੱਚ ਦੇਖਿਆ, ਅੱਜ ਤਾਂ ਸਾਨੂੰ ਇਹਨਾਂ ਦੇ ਸਾਹਮਣੇ ਦਰਸ਼ਨ ਕਰਾਉਂਦੇ ਆ। ਸੋ ਆਓ ਜੀ ਅਸੀਂ ਅੰਦਰ ਚੱਲ ਕੇ ਦੇਖਦੇ ਹਾਂ। ਹਾਂਜੀ ਸੰਗਤ ਜੀ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਤੋਂ ਜਿਹੜਾ ਸਾਰਾ ਦੱਸਿਆ ਸੀ ਵੇਰਵਾ, ਕਿ ਜਿਸ ਤਰ੍ਹਾਂ ਕਿ ਨਿਰਮਾਣ ਕੰਪਲੈਕਸ 'ਤੇ ਅਸੀਂ ਆਏ ਹਾਂ, ਜਿੱਥੋਂ ਦੀ ਲੰਗਰ ਦਾ ਜਿਹੜਾ ਜੀ ਸ਼ੁਰੂਆਤ ਹੁੰਦੀ ਹੈ, ਤੇ ਇੱਥੋਂ ਦੀ ਹੀ ਜਿਹੜੇ ਸਾਰੇ ਜਿਹੜੇ ਸੇਵਾਦਾਰ ਨੇ ਗੁਰੂ ਘਰ ਦੇ, ਤੇ ਇਹ ਸਾਰੇ ਜਿਹੜੇ ਲੋਕ ਨੇ, ਇਹ ਜਿਹੜੀ ਇਹ ਸੇਵਾਵਾਂ ਕਰਦੇ ਨੇ, ਇਹ ਸਾਰਾ ਜਿਹੜਾ ਲੰਗਰ ਹੈ ਉਹਨਾਂ ਪੇਸ਼ੈਂਟਾਂ ਤੱਕ, ਜਿਹੜੇ ਉਹਨੇ ਮਰੀਜ਼ ਨੇ ਜਿਹੜੇ ਹਸਪਤਾਲ ਦੇ ਵਿੱਚ ਬੰਦ ਨੇ, ਉਹਨਾਂ ਤੱਕ ਜਿਹੜੇ ਨੇ ਜੀ ਇਹ ਲੰਗਰ ਪਹੁੰਚਾਉਂਦੇ ਨੇ। ਤੇ ਇਹਦੇ ਵਿੱਚ ਤੁਸੀਂ ਵੇਖ ਰਹੇ ਹੋ ਸਾਡੇ ਨਾਲ ਇੱਥੇ ਭਾਈ ਬਲਜੀਤ ਸਿੰਘ ਜੀ, ਜੋ ਕਿ ਫਤਿਹਗੜ੍ਹ ਸ਼ਹਿਰ ਦੇ ਬਹੁਤ ਹੀ ਮਸ਼ਹੂਰ ਕੀਰਤੀ ਨੇ, ਤੇ ਇਹ ਵੀ ਇਹਦੇ ਵਿੱਚ ਆਪਣੀ ਸੇਵਾ ਨੂੰ ਨਿਭਾ ਰਹੇ ਨੇ। ਤੇ ਨਾਲ ਹੀ ਇਹ ਵੀ ਜਿਹੜੇ ਲੰਗਰ ਤੇ ਦਵਾਈਆਂ ਦਾ ਪ੍ਰਬੰਧ ਜਿਹੜੇ ਨੇ ਹਸਪਤਾਲ ਦੇ ਵਿੱਚ ਕਰ ਰਹੇ ਨੇ ਵੀਰ ਅਮਨਦੀਪ ਸਿੰਘ ਜੀ, ਇਹਨਾਂ ਦੇ ਨਾਲ ਤੁਸੀਂ ਦੇਖ ਰਹੇ ਹੋ। ਤੇ ਇਹਨਾਂ ਦੇ ਨਾਲ ਹੋਰ ਜਿਹੜੇ ਵੀਰ ਨੇ, ਡੈਡੀਕੇਟਡ ਵੀਰ ਜਿਹੜੇ ਸਾਰੇ ਜਿਹੜੇ ਨੇ ਇਸ ਕੰਮ ਕਰ ਰਹੇ, ਤੁਸੀਂ ਆਪ ਵੀ ਦੇਖ ਰਹੇ ਹੋ। ਸੋ ਇਸ ਤਰ੍ਹਾਂ ਦੇ ਜਿਹੜਾ ਜੀ ਇੱਥੋਂ ਇਹ ਲੰਗਰ ਤਿਆਰ ਹੋ ਕੇ ਫਿਰ ਜਿਹੜਾ ਜੀ ਅਲੱਗ ਅਲੱਗ ਹਸਪਤਾਲਾਂ ਵਿੱਚ ਜਾਂਦੇ ਨੇ, ਜਿੱਥੇ ਕਿਸੇ ਮਰੀਜ਼ ਜਿਹੜੇ ਨੇ ਜੀ, ਕੁਝ ਪੇਸ਼ੈਂਟ ਜਿਹੜੇ ਨੇ ਜੀ ਉਹ ਐਡਮਿਟ ਨੇ, ਲਾਈਵ ਨੇ। ਇਹ ਲੰਗਰ ਬੜਾ ਪਿਆਰ ਤੇ ਸ਼ਰਧਾ ਨਾਲ ਤਿਆਰ ਕੀਤਾ ਜਾਂਦਾ ਹੈ ਮਰੀਜ਼ਾਂ ਵਾਸਤੇ, ਜਿਹੜੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਬਦਕਿਸਮਤੀ ਨਾਲ ਜਿਹੜੇ ਜ਼ਿਆਦਾ ਬਿਮਾਰ ਹੋ ਕੇ ਹਸਪਤਾਲ ਪਹੁੰਚ ਜਾਂਦੇ ਨੇ। ਤੇ ਲੰਗਰ ਬੜੇ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਹੈ। ਸਾਨੂੰ ਗਲੋਜ਼ ਦਾ ਜੀ ਪੂਰੇ ਐਸਓਪੀ ਨੂੰ ਫਾਲੋ ਕਰਕੇ ਬੜਾ ਜੋ ਵੀ ਮਤਲਬ ਕੋਈ ਸਾਰਾ ਹੀ ਸੈਟਲਾਈਟ ਸਮਾਨ ਹੈ, ਜਿਹੜੀ ਪੋਲੀਥੀਨ ਹੈ, ਇਹਦੀ ਪੈਕਿੰਗ ਹੈ, ਨਾਲ ਹੀ ਇਹਨਾਂ ਦੇ ਸਟੋਰ ਵੀ ਹੈਗੇ ਆ, ਨਾਲ ਇਹ ਪਾਣੀ ਦੀਆਂ ਬੋਤਲਾਂ, ਨਾਲ ਕਿਉਂਕਿ ਫਿਰ ਹਸਪਤਾਲਾਂ ਦੇ ਵਿੱਚ ਬਰਤਨ ਧੋਣ ਦੀ ਬਹੁਤ ਪ੍ਰੋਬਲਮ ਹੈ, ਤੇ ਪੂਰਾ ਸਮਾਨ ਰੋਟੀ ਖਾ ਕੇ ਬੰਦਾ ਡਸਟਬਿਨ ਵਿੱਚ ਸੁੱਟ ਦਿੰਦਾ ਹੈ। ਬੜੇ ਪਿਆਰ ਹਰ ਚੀਜ਼ ਦਾ ਅਸੀਂ ਖਿਆਲ ਰੱਖਿਆ ਹੈ ਲੰਗਰ ਦੇ ਵਿੱਚ, ਹਰ ਇੱਕ ਚੀਜ਼ ਦਾ, ਕਿ ਨਾ ਇੱਥੇ ਪਕਾਉਣ ਵਾਲੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਨਾ ਖਾਣ ਵਾਲੇ ਨੂੰ, ਉਹਨਾਂ ਨੂੰ ਵੀ ਉੱਥੇ ਕੋਈ ਪ੍ਰੋਬਲਮ ਨਾ ਹੋਵੇ, ਕੋਈ ਬਰਤਨ ਧੋਣ ਦੀ ਪ੍ਰੋਬਲਮ ਨਾ ਹੋਵੇ, ਕੋਈ ਵੀ ਕਿਸੇ ਪਾਣੀ ਦੀ ਪ੍ਰੋਬਲਮ ਨਾ ਹੋਵੇ, ਕਿਸੇ ਸਪੂਨ ਦੀ ਕੋਈ ਮਤਲਬ ਬਰਤਨ ਧੋ ਕੇ ਫਿਰ ਖਾਣਾ। ਅਸੀਂ ਇਹੋ ਜਿਹਾ ਸਮਾਨ ਵਰਤ ਰਹੇ ਹਾਂ ਕਿ ਜਿਹੜਾ ਖਾ ਕੇ ਯੂਜ਼ ਐਂਡ ਥਰੋ ਦਾ ਵਾਲਾ ਕੰਮ ਜੀ। ਇਸ ਵਿੱਚ ਜੀਪੀਸੀ ਬਰਗਾਰ, ਜੀਪੀਸੀ ਸ਼੍ਰੀਨਗਰ, ਗੁਰੂ ਹਰਕ੍ਰਿਸ਼ਨ ਜੀਵਨ ਜੋਤ ਸੋਸਾਇਟੀ ਤੇ ਵੋਲੰਟੀਅਰ ਦਾ ਬਹੁਤ ਵੱਡਾ ਸਹਿਯੋਗ, ਤੇ ਲੰਗਰ ਸਾਰਿਆਂ ਦੇ ਜਿੰਨਾ ਸੰਗਤਾਂ ਦਾ ਵੀ ਬੜਾ ਸਹਿਯੋਗ ਹੈ। ਇਹ ਸੰਗਤਾਂ ਤੁਸੀਂ ਦੇਖ ਰਹੇ ਹੋ ਕਿੰਨਾ ਰਾਸ਼ਨ ਤੇ ਲੰਗਰ ਵਿੱਚ ਪਹੁੰਚ ਚੁੱਕਾ ਹੈ। ਸਾਡੇ ਸੇਵਾਦਾਰ ਵੀ ਲੱਗੇ ਨੇ, ਵੋਲੰਟੀਅਰ ਵੀ ਲੱਗੇ ਨੇ, ਜਿਹੜੇ ਸਵੇਰੇ ਤੇ ਸ਼ਾਮ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਨੇ, ਤਾਂ ਕਿ ਕਿਸੇ ਵੀ ਹਸਪਤਾਲ ਵਾਲੇ ਅਟੈਂਡੈਂਟ ਨੂੰ ਜਾਂ ਮਰੀਜ਼ ਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਾ ਹੋਵੇ। ਤੇ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਜੋ ਮਰੀਜ਼ ਨੂੰ ਡਾਈਟ ਚਾਹੀਦੀ, ਜਿਹਦੇ ਵਿੱਚ ਪ੍ਰੋਟੀਨ ਹੁੰਦਾ ਹੈ, ਅਸੀਂ 2 ਦਿਨ ਮੁਰਗਾ, 2 ਦਿਨ ਅੰਡੇ, 2 ਦਿਨ ਪਨੀਰ ਤੇ 2 ਦਿਨ ਮਤਲਬ ਨਾਲ 2 ਸਬਜ਼ੀਆਂ ਜਾਂਦੀਆਂ, ਇੱਕ ਦਾਲ, ਇੱਕ ਸਾਦੀ ਸਬਜ਼ੀ ਤੇ ਇੱਕ ਪ੍ਰੋਟੀਨ ਵਾਲੀ। ਜਿਹੜਾ ਸਾਦੀ ਖਾਏਗਾ ਉਹ ਸਾਦੀ, ਜਿਹੜੇ ਪ੍ਰੋਟੀਨ ਵਾਲਾ ਮੀਟ, ਮੁਰਗਾ, ਮੱਛੀ, ਅੰਡਾ ਖਾਏਗਾ ਉਹ ਵੱਖਰਾ ਹੈ। ਕਿਉਂਕਿ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਅਸੀਂ ਲੰਗਰ ਤਿਆਰ ਕਰ ਰਹੇ, ਰੋਟੀ, ਡਿਨਰ ਤੇ ਲੰਚ ਤਿਆਰ ਕਰ ਰਹੇ ਜੀ।
ਹਾਂ ਇਗਨੋਰ ਕਰ ਰਹੇ ਹਾਂ ਅਸੀਂ ਇਹ ਚੀਜ਼ਾਂ ਨੂੰ, ਜਿਹੜੇ SOP ਸਾਨੂੰ ਸਰਕਾਰ ਦਿੰਦੀ ਹੈ, ਮਤਲਬ ਜਿਹੜੀ ਵੀ ਪ੍ਰੀਕਾਸ਼ਨਰੀ ਮੇਜਰ ਸਾਨੂੰ ਸਰਕਾਰ ਦਿੰਦੀ ਹੈ, ਅਸੀਂ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਅੱਗੇ ਵੱਧ ਜਾਂਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੋਸ਼ਲ ਗੈਦਰਿੰਗਸ ਅੱਜ ਹੋ ਰਹੀਆਂ ਨੇ, ਠੀਕ ਹੈ, ਪ੍ਰੋਗਰਾਮ ਲੋਕੀ ਕਰ ਰਹੇ ਨੇ, ਗੁਰਦੁਆਰਿਆਂ 'ਚ ਵੱਡੇ ਵੱਡੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾ ਰਹੇ ਨੇ, ਕਿਸੇ ਗੱਲ ਦੀ ਰੋਕ ਨਹੀਂ, ਕਿਸੇ ਗੱਲ ਦੀ। ਲੇਕਿਨ ਲੋਕਾਂ ਨੂੰ ਆਪ ਸੋਚਣਾ ਪਏਗਾ ਕਿ ਦੇਖੋ ਇੱਕ ਬੰਦਾ ਵੀ ਜੇ ਕਿਤੇ ਕਰਾਊਡ 'ਚ ਇਨਫੈਕਟਡ ਹੈ, ਉਹ 100 ਬੰਦੇ ਨੂੰ ਇਨਫੈਕਟ ਕਰ ਸਕਦਾ, ਠੀਕ ਹੈ। ਤੇ ਗੱਲ ਕਰੋ ਸਾਡੀ, ਤੁਸੀਂ ਆਪ ਵੇਖਿਆ ਗਰਾਊਂਡ ਲੈਵਲ ਤੇ ਤੁਸੀਂ ਦੇਖਿਆ ਹਸਪਤਾਲਾਂ 'ਚ ਅਸੀਂ ਨਾਲ ਸਾਡੇ ਨਾਲ ਆਏ ਹੋ, ਤੁਸੀਂ ਆਪ ਵੇਖਿਆ ਕੀ ਹਾਲਤ ਹੈ ਲੋਕਾਂ ਦੀ। ਇਹ ਉਹੀ ਰਿਅਲਾਈਜ਼ ਕਰ ਸਕਦਾ ਜੋ ਸਾਡੇ ਨਾਲ ਅੱਜ ਹਸਪਤਾਲ ਆਏਗਾ, ਜਿਹਨੂੰ ਪਤਾ ਲੱਗੇਗਾ ਕਿ ਹਸਪਤਾਲਾਂ 'ਚ ਲੋਕਾਂ ਦੀ ਕੀ ਕੰਡੀਸ਼ਨ ਹੈ। ਹੁਣ ਜਿਹੜਾ ਇੱਕ ਬੰਦਾ ਘਰ ਬੈਠਿਆ ਉਹਨੂੰ ਲੱਗਦਾ ਯਾਰ ਕੁਛ ਹੈ ਹੀ ਨਹੀਂ, ਠੀਕ ਹੈ, ਮੈਂ ਠੀਕ ਹਾਂ, ਆਪਣਾ ਆਪ ਠੀਕ ਹੈ, ਮੇਰਾ ਬਾਕੀ ਨਹੀਂ ਠੀਕ। ਲੇਕਿਨ ਗਰਾਊਂਡ ਰਿਐਲਿਟੀ ਜਿਹੜੀ ਹੈ, ਜਿਹੜੀ ਗ੍ਰਾਸ ਰੂਟ ਤੇ ਲੈਵਲ ਹੈ, ਉਹ ਤੁਸੀਂ ਆਪ ਵੇਖੀਏ ਕਿ ਕਿੱਦਾਂ ਦੀ ਹਾਲਾਤ ਹੈ। ਸਾਡੇ ਕੋਲ ਜਿਹੜੇ ਪਹਿਲਾਂ ਅਸੀਂ ਜਦੋਂ ਸੇਵਾ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਕੀਤੀ ਸੀ, ਉਹ 1 2 3 4 ਸਾਡੇ ਕੋਲ ਪੇਸ਼ੈਂਟਸ ਮੁਸ਼ਕਿਲ ਸੀ। ਹੁਣ ਪ੍ਰੈਜ਼ੈਂਟਲੀ ਵੀ ਆਰ ਵਰਕਿੰਗ ਔਨ 30 ਪੇਸ਼ੈਂਟਸ ਰਾਈਟ ਨਾਓ। ਤੁਸੀਂ ਸਾਡੇ ਨਾਲ ਸਿਟੀ ਹੋ ਕੇ ਆਏ ਹੋ, ਹੁਣੇ ਤੁਸੀਂ ਵੇਖਿਆ ਕਮ ਸੇ ਕਮ 15 ਪੇਸ਼ੈਂਟ ਉੱਥੇ ਨੇ। ਹੁਣ ਅਸੀਂ JVC ਜਾਣਾ ਹੈ, SMHS ਅਸੀਂ ਆਏ ਹਾਂ, ਇਹ ਤੋਂ ਬਾਅਦ ਅਸੀਂ ਸਬਰਾ ਵੀ ਜਾਣਾ ਹੈ। ਮਤਲਬ ਜਿਹੜੀ ਪੇਸ਼ੈਂਟਸ ਦੀ ਕੁਆਂਟੀਟੀ ਹੈ ਉਹ ਵੱਧਦੀ ਜਾ ਰਹੀ ਹੈ ਦਿਨ ਬ ਦਿਨ। ਹੁਣ ਵੀ ਜੀ ਦੂਜੀ ਗੱਲ ਇਹ ਕਿ SOP ਦੀ ਗੱਲ ਹੈ, ਮਤਲਬ ਜਿਹੜੇ ਅਸੀਂ ਪ੍ਰੀਕਾਸ਼ਨਰੀ ਮੇਜਰਸ ਲੈਣੇ ਨੇ। ਸਮਝੋ ਅਸੀਂ ਬਾਹਰ ਕਿਤੇ ਹੋ ਕੇ ਆਏ ਹਾਂ, ਠੀਕ ਹੈ, ਸਭ ਤੋਂ ਪਹਿਲਾਂ ਸਾਡਾ ਮਾਸਕ ਜ਼ਰੂਰੀ ਹੈ, ਠੀਕ ਹੈ ਨਾ, ਚਾਹੇ ਉਹ ਟ੍ਰਿਪਲ ਲੇਅਰ ਹੋਵੇ, ਡਬਲ ਲੇਅਰ ਹੋਵੇ, ਮਾਸਕ ਬਹੁਤ ਜ਼ਰੂਰੀ ਹੈ, ਫੇਸ ਸ਼ੀਲਡ ਬਹੁਤ ਜ਼ਰੂਰੀ ਹੈ। ਹੁਣ ਜਦੋਂ ਕੋਈ ਤੁਸੀਂ ਸਸਪੈਕਟਡ ਏਰੀਆ 'ਚ ਜਾ ਰਹੇ, ਜਦੋਂ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਬਿਲਕੁਲ ਇੱਥੇ ਕੁਛ ਨਾ ਕੁਛ ਹੈ ਹੀ ਹੈ, ਉੱਥੇ ਫੇਸ ਸ਼ੀਲਡ ਲਾ ਕੇ ਗਾਊਨ ਪਾ ਕੇ ਤੁਸੀਂ ਜਾਓ, ਕਿਉਂਕਿ ਆਪਣਾ ਆਪ ਸੇਫ ਹੈ ਤੇ ਬਾਕੀ ਸੇਫ ਹੈ, ਠੀਕ ਹੈ। ਹੁਣ ਅਸੀਂ ਇਧਰੋਂ ਜਾ ਕੇ ਘਰ ਜਾਵਾਂਗੇ, ਫੇਸ ਸ਼ੀਲਡ ਵਗੈਰਾ ਸਭ ਕੁਝ ਗਾਊਨ ਵਗੈਰਾ ਉਤਾਰ ਕੇ ਇੱਕਦਮ ਨਹਾ ਧੋ ਕੇ ਕੱਪੜੇ ਬਾਹਰ ਰੱਖ ਕੇ, ਠੀਕ ਹੈ ਨਾ, ਫਿਰ ਜਾਵਾਂਗੇ। ਸੈਨੀਟਾਈਜ਼ਰ ਕੰਟੀਨਿਊ ਯੂਜ਼ ਕਰਨਾ, ਗਲਵਜ਼ ਯੂਜ਼ ਕਰਨਾ, ਕਰਾਊਡਿੰਗ ਜਿਹੜੀ ਹੈ, ਗੈਦਰਿੰਗ ਜਿਹੜੀ ਹੈ ਉਹ ਬਿਲਕੁਲ ਘੱਟ ਕਰਨੀ। ਸਾਡੇ ਕਮਿਊਨਿਟੀ ਦੇ ਪਾਜ਼ਿਟਿਵ ਹੁੰਦੇ ਨੇ, ਜਿਹੜੇ ਇਸ ਘਰਾਂ ਦੇ ਵਿੱਚ ਆਈਸੋਲੇਟ ਨੇ, ਤੇ ਉਹਨਾਂ ਦਾ ਤੇ ਖੈਰ ਦੁਆਦਾਰ ਤੇ ਦਵਾਈ ਸਾਡੇ ਵਾਲੰਟੀਅਰ ਮੈਡੀਸਨ ਪਹੁੰਚਾਉਂਦੇ ਨੇ। ਕੋਈ ਵੀ ਸੁਜੈਸ਼ਨ ਲੈਣੀ ਹੋਵੇ ਸਾਡੀ ਹੈਲਪਲਾਈਨ ਹੈ, ਉੱਥੋਂ ਲੈ ਲੈਂਦੇ ਨੇ। ਪਰ ਜਿਹੜਾ ਜ਼ਿਆਦਾ ਸੀਰੀਅਸ ਹੋ ਜਾਂਦਾ ਹੈ, ਜਿਹਨੂੰ ਸਿਚੁਏਸ਼ਨ ਘਟ ਜਾਂਦੀ ਹੈ, ਤੇ ਉਹ ਹਸਪਤਾਲ ਵਿੱਚ ਪਹੁੰਚ ਜਾਂਦਾ ਹੈ। ਹਸਪਤਾਲ ਦੀ ਜਿਹੜੇ ਵਾਲ ਲੱਗੇ ਨੇ, ਉਹਨਾਂ ਜਿਹੜੇ ਵਾਲ ਆਕਸੀਜਨ ਵਾਲ ਨੇ, ਉਹਨਾਂ ਨਾਲ ਕੰਮ ਨਹੀਂ ਚੱਲਦਾ, ਤੇ ਇੱਥੇ ਫਿਰ ਸਿਲੰਡਰ ਦਾ ਪ੍ਰਬੰਧ ਕਰਨਾ ਪੈਂਦਾ ਹੈ। ਇੱਕ ਸਿਲੰਡਰ ਮੇਰੇ ਖਿਆਲ ਵਿੱਚ 2-2 ਕੁਇੰਟਲ ਦਾ ਹੈ, ਤੇ ਇੱਕ ਸਿਲੰਡਰ 2 ਘੰਟੇ ਕਰਦਾ ਹੈ। ਤੇ ਬਹੁਤ ਹੀ ਬੜੀ ਪ੍ਰੋਬਲਮ ਹੈ। ਜਿਹੜਾ ਹਸਪਤਾਲ ਵਿੱਚ ਕੀ ਅੰਦਰ ਪ੍ਰੋਬਲਮ ਹੈ ਸਾਨੂੰ ਪਤਾ ਨਹੀਂ, ਕਿਉਂਕਿ ਅਸੀਂ ਬਾਹਰ ਦੇ ਨਜ਼ਾਰੇ ਦੇਖਦੇ ਹਾਂ। ਜਿਹੜਾ ਹਸਪਤਾਲ ਦੇ ਅੰਦਰ ਆ ਕੇ ਦੇਖੋ ਕਿੰਨੀ ਪ੍ਰੋਬਲਮ ਹੈ। ਵਾਹਿਗੁਰੂ ਨਾ ਕਿਸੇ ਨੂੰ ਹਸਪਤਾਲ ਵਿੱਚ ਲਿਆਵੇ। ਸੱਚੇ ਪਾਤਸ਼ਾਹ ਸਾਰੇ ਸਿੱਖਾਂ ਤੇ ਮਿਹਰ ਭਰ ਹੱਥ ਰੱਖੇ, ਰਹਿਮਤਾਂ ਕਰੇ, ਬਖਸ਼ਿਸ਼ਾਂ ਕਰੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਸਾਡਾ ਇੱਕ ਪੇਸ਼ੈਂਟ ਅੰਦਰ ਹੈ, ਉਹਨੂੰ 2 ਆਕਸੀਜਨ ਸਿਲੰਡਰ ਲੱਗੇ, ਤੇ ਆਕਸੀਜਨ ਸਿਲੰਡਰ 2 ਘੰਟੇ ਕਰਦਾ, ਤੇ 24 ਘੰਟੇ ਦੇ ਵਿੱਚ ਮੈਨੂੰ ਫਿਰ 24 ਸਿਲੰਡਰ ਉਹਨਾਂ ਨੂੰ ਲੱਗਦੇ ਨੇ। ਆਪੇ ਤੁਸੀਂ ਸਮਝੋ ਕਿ ਅਟੈਂਡੈਂਟ ਜਿਹੜੇ ਨੇ, ਉਹਨਾਂ ਦੇ ਅਟੈਂਡੈਂਟ ਕਿੰਨੀ ਪ੍ਰੋਬਲਮ ਉਹਨਾਂ ਦੇ ਹੱਥਾਂ ਵਿੱਚ ਛਾਲੇ ਪੈ ਗਏ, ਪੈਰਾਂ ਵਿੱਚ ਛਾਲੇ ਪੈ ਗਏ। ਸਿਲੰਡਰ ਗਰਾਊਂਡ ਫਲੋਰ ਤੋਂ ਲੈ ਕੇ 3rd ਫਲੋਰ ਤੋਂ ਲੈ ਜਾਣਾ ਪੈਂਦਾ ਹੈ। ਬਹੁਤ ਹੀ ਪ੍ਰੋਬਲਮ ਹੈ, ਬਹੁਤ ਹੀ ਸੰਕਟ ਦੀ ਸਮਾਂ ਹੈ ਇਸ ਵਕਤ। ਬਹੁਤ ਪਰੇਸ਼ਾਨੀ ਦੇ ਨਾਲ ਸਾਡੀ ਸਿੱਖੋਂ ਗੁਜ਼ਰੀ, ਕਿਉਂਕਿ ਵੈਂਟੀਲੇਟਰ ਮਿਲਦਾ ਨਹੀਂ ਤੇ ਸਿਲੰਡਰਾਂ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ। ਬਹੁਤ ਸਾਰੇ ਤੋਂ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਉਹ ਸਿਲੰਡਰਾਂ ਦੀ। ਬਜ਼ੁਰਗ ਸਾਡੇ ਕਈ ਪੇਸ਼ੈਂਟਾਂ ਦੇ ਨਾਲ ਸਾਡੇ ਬਜ਼ੁਰਗ ਨੇ, ਉਹ ਵਿਚਾਰੇ ਸਿਲੰਡਰ ਚੁੱਕ ਨਹੀਂ ਸਕਦੇ, ਸਿਲੰਡਰ ਮਿਲਦਾ ਵੀ ਨਹੀਂ। ਅੱਜ ਕੱਲ੍ਹ ਉਹੋ ਜਿਹੀ ਹਾਲਤ ਹੈ ਕਿ ਸਿਲੰਡਰ ਨਹੀਂ ਮਿਲਦਾ। ਸਭ ਤੋਂ ਬੜੀ ਪ੍ਰੋਬਲਮ ਹੈ ਸਿਲੰਡਰ। ਸੋ ਮੈਂ ਸਾਰੀ ਸਾਥ ਸੰਗਤ ਨੂੰ ਕਹਿੰਦਾ, ਜਿੱਥੇ ਅਸੀਂ ਦਵਾ ਮੈਡੀਸਨ ਪਹੁੰਚਾਉਂਦੇ ਹਾਂ, ਅੰਤਿਮ ਸੰਸਕਾਰ ਕਰਦੇ ਹਾਂ, ਕਿਸੇ ਨੂੰ ਕਿਤੇ ਵੀ ਸਾਨੂੰ ਫੋਨ ਆਉਂਦਾ ਹੈ, ਅਸੀਂ ਪੋਜ਼ੀਟਿਵ ਪੇਸ਼ੈਂਟ ਨੂੰ ਹਸਪੀਟਲ ਲੈ ਜਾਂਦੇ ਹਾਂ, ਪੋਜ਼ੀਟਿਵ ਪੇਸ਼ੈਂਟ ਨੂੰ ਅੰਦਰ ਆਕਸੀਜਨ ਲਾਉਂਦੇ ਹਾਂ। ਘਰ ਦਾ ਜਿਹੜਾ ਮਾਹੌਲ ਆ ਉਹ ਚੱਲ ਜਾਂਦਾ ਹੈ। ਪਰ ਜਿਹੜਾ ਹਸਪਤਾਲ ਦਾ ਵਿੱਚ ਆਉਂਦਾ ਹੈ, ਹਸਪਤਾਲ ਦੇ ਵਿੱਚ ਬਹੁਤ ਪ੍ਰੋਬਲਮ ਹੈ। ਰੋਟੀ ਕੋਈ ਰਿਸ਼ਤੇਦਾਰ ਅੰਦਰ ਨਹੀਂ ਆਉਂਦਾ, ਕੋਈ ਦੋਸਤ ਯਾਰ ਨਹੀਂ ਆਉਂਦਾ, ਕਿਉਂਕਿ ਬਣਿਆ ਹੋਇਆ ਕਿ ਕੋਵਿਡ ਦਾ ਇੰਨਾ ਡਰ ਹੈ ਕਿ ਕੋਈ ਸਾਹਮਣੇ ਨਹੀਂ ਆਉਂਦਾ। ਤਾਂ ਮੈਂ ਤੇ ਕਹਿੰਦਾ ਸਾਡੀ ਕਸ਼ਮੀਰ ਵੈਲੀ ਦੀ ਸਾਥ ਨੂੰ ਬਹੁਤ ਭਾਗਾਂ ਵਾਲੀ ਹੈ, ਜਿਨ੍ਹਾਂ ਨੂੰ ਇਹ ਜੋ ਨੌਜਵਾਨ ਵੀਰ ਮਿਲੇ ਨੇ, ਜਿਹੜੇ ਵਾਲੰਟੀਅਰ ਸੇਵਾ ਕਰ ਰਹੇ। ਸਾਡੀ ਖੁਸ਼ਕਿਸਮਤੀਆਂ ਸਾਡੇ ਭਾਗ ਨੇ। ਜੰਮੂ ਦੇ ਵਿੱਚ ਦੇਖੋ ਕਿ ਜੰਮੂ ਦੇ ਵਿੱਚ ਸਿੱਖਾਂ ਦੀ ਬਹੁਤ ਬੁਰੀ ਹਾਲ ਹੈ। ਕੋਈ ਅੱਗੇ ਆ ਕੇ ਨੇੜੇ ਨਹੀਂ ਆਉਂਦਾ। ਤਾਂ ਮੈਂ ਸਾਧ ਸੰਗਤ ਦੇ ਬੇਨਤੀ ਕਰਦਾ ਹਾਂ ਕਿ ਪ੍ਰਕਾਸ਼ਨ ਲਓ, ਮਾਸਕ ਲਾਓ, ਸੋਸ਼ਲ ਡਿਸਟੈਂਸ ਰੱਖੋ, ਆਪਣਾ ਧਿਆਨ ਰੱਖੋ, ਤਾਂ ਕਿ ਹਸਪਤਾਲ ਵਿੱਚ ਨਾ ਪਵੇ। ਹਾਂਜੀ, ਜਿਵੇਂ ਕਿ ਆਪਾਂ ਨੇ ਸਾਰੇ ਵਿਚਾਰ ਭਾਈ ਸਾਹਿਬ ਤੋਂ ਸਾਹਮਣੇ ਕੀਤੇ ਨੇ ਕਿ ਕਿਸ ਤਰ੍ਹਾਂ ਸਾਡੇ ਡੇ ਬਾਏ ਡੇ ਕਸ਼ਮੀਰੀ ਸਿੱਖਾਂ ਦੇ ਕੇਸ ਜਿਹੜੇ ਨੇ ਵੱਧਦੇ ਜਾ ਰਹੇ ਨੇ, ਤੇ ਸਾਡੇ ਜਿਹੜੇ ਨੇ ਇੱਥੇ ਪਹਿਲਾਂ ਤੋਂ ਪ੍ਰੋਬਲਮ ਜਿਹੜੀ ਹੈ ਅੱਜ ਇਸ ਵਿੱਚ ਕਿੰਨੀ ਕ੍ਰੀਏਟ ਆ ਜਾਂਦੀ। ਤੁਸੀਂ ਅੰਦਰ ਜਾ ਕੇ ਅਗਰ ਭਾਈ ਸਾਹਿਬ ਨੂੰ ਵੀ ਪਤਾ ਹੈ ਕਿ ਅਸੀਂ ਅੰਦਰ ਜਾ ਨਹੀਂ ਸਕਦੇ, ਕਿੰਨੀ ਕੁ ਪ੍ਰੋਬਲਮ ਅੰਦਰ ਆਉਂਦੀ ਹੈ ਨਾ, ਉਹ ਭਾਈ ਸਾਹਿਬ ਨੂੰ ਵੀ ਪਤਾ ਹੈ।
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਾਨੂੰ ਸਮਾਂ ਕੱਢ ਕੇ ਜਿਹੜਾ ਵੀ ਇੱਥੇ ਪੁੱਛਿਆ ਕਿ ਨਾਲ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ, ਇਹ ਤਾਂ ਆਪ ਜੀ ਇੱਕ ਤਾਂ ਸਾਡੇ ਕਸ਼ਮੀਰ ਵੈਲੀ ਦੇ ਪੂਰੇ ਸਤਿਕਾਰਯੋਗ ਹੋ ਤੇ ਨਾਲ ਅੱਜ ਤੁਸੀਂ ਸਾਰਿਆਂ ਦੀ ਨਜ਼ਰਾਂ ਦੇ ਵਿੱਚ ਸਾਡੇ ਵਿੱਚ ਬਹੁਤ ਉੱਚਾ ਸਨਮਾਨ ਹਾਸਲ ਕਰ ਗਏ ਹੋ ਤੇ ਨਾਲ ਦਾ ਤੁਹਾਨੂੰ ਸਮਾਜ ਵਿੱਚ ਤਰ੍ਹਾਂ ਹੀ ਚੰਗੀ ਗੱਲ ਬਖਸ਼ੇ ਰਹੇ। ਆਪ ਦੀ ਤਰ੍ਹਾਂ ਹੀ ਜੋ ਵੀ ਜੋੜੀ ਵਿੱਚ ਤੁਹਾਨੂੰ ਤੁਹਾਡੇ ਤੋਂ ਇਸ ਤਰ੍ਹਾਂ ਹੀ ਵੇਟ ਕਰਨ। ਸੋ ਜੀ ਸੰਗਤ ਜੀ, ਭਾਈ ਸਾਹਿਬ ਜੀ ਦੇ ਨਾਲ ਤੁਹਾਡੀ ਇਸ ਤਰ੍ਹਾਂ ਹੀ ਵਿਚਾਰ ਚੱਲਦੀ ਰਹੀ ਤੇ ਹੁਣ ਇੱਥੇ ਹੀ ਤੁਸੀਂ ਸਾਰਾ ਕੁਝ ਵੇਖਿਆ। ਚਲੋ ਆਓ ਹੁਣ ਅੱਗੇ ਦੀ ਅਪਡੇਟ ਆਪ ਜੀ ਨੂੰ ਅੱਗੇ ਦੇਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਜੀ ਪਹਿਲੇ ਦੱਸ ਚੁੱਕੇ ਨੇ ਕਿ ਕੋਵਿਡ-19 ਦੇ ਵੀਰ ਜਿਹੜੇ ਵਾਲੰਟੀਅਰ ਵੀਰ ਨੇ, ਇਹ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਕੰਟੀਨਿਊ ਸੇਵਾ ਕਰ ਰਹੇ ਨੇ, ਜਿਹਦੇ ਵਿੱਚ ਲੰਗਰ ਦੀ ਸੇਵਾ, ਮਰੀਜ਼ਾਂ ਤੱਕ ਦਵਾਈਆਂ ਪਹੁੰਚਾਉਣ ਦੀ ਸੇਵਾ, ਜਿਸ ਤਰ੍ਹਾਂ ਕਿ ਆਕਸੀਜਨ ਸਿਲੰਡਰ ਹੋਵੇ, ਹੋਰ ਵੀ ਕਈ ਸੇਵਾ ਜਿਹੜੇ ਵੀਰ ਕਰਦੇ ਨੇ। ਜਿਸ ਤਰ੍ਹਾਂ ਕਿ ਕਿਸੇ ਦੀ ਮੌਤ ਕੋਵਿਡ-19 ਨਾਲ ਹੋ ਜਾਵੇ, ਕਰਮੇਸ਼ਨ ਦੀ ਸੇਵਾ, ਹਰ ਤਰ੍ਹਾਂ ਦੀ ਸੇਵਾ ਇਹ ਵੀਰ ਕਰਦੇ ਨੇ ਤੇ ਹਰ ਸੇਵਾ ਦੇ ਵਿੱਚ ਅੱਗੇ ਨੇ। ਸਾਧ ਸੰਗਤ ਅੱਗੇ ਨਿਮਰਤਾ ਸਾਡੀ ਹੋਈ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਪਹਿਲੇ ਵੀ ਅਸੀਂ ਦੱਸ ਚੁੱਕੇ ਹਾਂ ਕਿ ਸੋਸ਼ਲ ਡਿਸਟੈਂਸ ਦਾ ਥੋੜ੍ਹਾ ਖਿਆਲ ਰੱਖਣਾ ਹੈ, ਕਿਉਂਕਿ ਅੱਜ ਕੱਲ੍ਹ ਜਿੱਥੇ ਵਿਆਹ ਸ਼ਾਦੀਆਂ ਹੋ ਰਹੇ ਨੇ, ਅਸੀਂ ਬਹੁਤ ਜ਼ਿਆਦਾ ਗੈਦਰਿੰਗ ਕਰ ਲੈਂਦੇ ਹਾਂ, ਜਿਸ ਦਾ ਨਤੀਜਾ ਅਸੀਂ ਕੁਝ ਦਿਨਾਂ ਪਹਿਲੇ ਦੇਖ ਲਿਆ ਹੈ ਕਿ ਜਿੱਥੇ ਜਿੱਥੇ ਵੀ ਵਿਆਹ ਸ਼ਾਦੀਆਂ ਹੋਈਆਂ ਨੇ, ਉਹਨਾਂ ਦਾ ਜਿਹੜਾ ਰਿਜ਼ਲਟ ਸੀ ਉਹ ਬਾਹਰ ਆਇਆ ਹੈ। ਤੇ ਅਸੀਂ ਇਸ ਮੀਡੀਆ ਰਾਹੀਂ ਸੰਗਤਾਂ ਪ੍ਰਤੀ ਨਿਮਰਤਾ ਸਾਡੀ ਇਹੋ ਬੇਨਤੀ ਹੈ ਕਿ ਉਹ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਣ। ਜੇ ਕਿਤੇ ਵਿਆਹ ਸ਼ਾਦੀ ਹੈ ਵੀ ਉਹ ਘਰ ਦਾ ਪਰਿਵਾਰ ਮਿਲ ਕੇ ਹੀ ਆਪਣਾ ਪ੍ਰੋਗਰਾਮ ਮਿਥਲੇ ਆਪਣਾ ਪ੍ਰੋਗਰਾਮ ਕਰ ਲੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਸਾਡੇ ਕੋਵਿਡ-19 ਦੇ ਡਾਕਟਰ ਨੇ, ਡਾਕਟਰ ਵਿਕਰਮ ਸਿੰਘ ਜੀ ਤੇ ਡਾਕਟਰ ਜਸਵਿੰਦਰ ਸਿੰਘ, ਜਿਸ ਤਰ੍ਹਾਂ ਉਹ ਪਹਿਲੇ ਵੀ ਦੱਸ ਚੁੱਕੇ ਨੇ ਕਿ ਭਾਉ ਸਰਦੀ ਜਿਹੜੀ ਆਪ ਜੀ ਨੂੰ ਪਤਾ ਕਿ ਅੱਤ ਦੀ ਸਰਦੀ ਤੇ ਕਸ਼ਮੀਰ ਦੇ ਵਿੱਚ ਹੁੰਦੀ ਹੈ ਤੇ ਉਹ ਸਰਦੀ ਦਾ ਕਾਰਨ ਜਿਸ ਤਰ੍ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਦੀ ਦੇ ਕਾਰਨ ਜਿਹੜਾ ਇਸ ਭਿਆਨਕ ਬਿਮਾਰੀ ਸੋਤ ਮਹਾਮਾਰੀ ਚੱਲ ਰਹੀ ਹੈ ਕੋਵਿਡ-19 ਦੀ, ਤੇ ਡਾਕਟਰ ਸਾਹਿਬ ਦੇ ਕਹਿਣ ਦੇ ਮੁਤਾਬਕ ਕਿ ਇਹਨੇ ਆਉਣ ਵਾਲੇ ਦਿਨਾਂ ਵਿੱਚ ਇਹ ਬਹੁਤ ਜ਼ਿਆਦਾ ਫੈਲ ਸਕਦਾ ਹੈ। ਨਿਮਰਤਾ ਸਾਜ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੀਏ। ਆਓ ਸਾਨੂੰ ਗੁਰੂ ਪਾਤਸ਼ਾਹ ਨੇ ਪਤਾ ਨਹੀਂ ਇਹ ਕਿਹੋ ਜਿਹਾ ਸਮਾਂ ਬਖਸ਼ਿਆ ਹੈ, ਆਓ ਇਸ ਸਮੇਂ ਦੇ ਵਿੱਚ ਅਸੀਂ ਘਰ ਹੀ ਰਹੀਏ, ਆਪਣਾ ਸਹਿਜ ਪਾਠ ਕਰੀਏ, ਨਿਤਨੇਮ ਕਰੀਏ, ਗੁਰਬਾਣੀ ਦੇ ਹੋਰ ਵੀ ਪਾਠ ਕਰੀਏ, ਸਿਮਰਨ ਕਰੀਏ ਕਿ ਵੱਧ ਤੋਂ ਵੱਧ ਸਿਮਰਨ ਕਰੀਏ ਤੇ ਗੁਰੂ ਅੱਗੇ ਇਹੋ ਅਰਦਾਸ ਕਰੀਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਦਿੱਤੇ ਲਿਓ ਉਬਾਰ, ਸਤਿਗੁਰੂ ਸੁਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਝੀ ਹਰ ਬਿਨ ਬਖਸ਼ਣਹਾਰ। ਹੇ ਮਾਲਕ ਬਖਸ਼ ਲੈ ਸੰਸਾਰ ਭਰ ਦੇ ਵਿੱਚ ਹਰ ਇੱਕ ਜੀਵ ਉੱਤੇ ਆਪਣਾ ਮੇਰਾ ਭਰਿਆ ਹੱਥ ਰੱਖ। ਇਹ ਕੋਵਿਡ-19 ਦੇ ਜਿਹੜੇ ਵੀਰ ਨੇ, ਸਾਰੇ ਵੀਰ ਬੜੀ ਮਨ ਧਨ ਤੇ ਧਨ ਦੇ ਨਾਲ ਸੇਵਾ ਕਰਦੇ ਨੇ। ਇਹਨਾਂ ਵੀਰਾਂ ਪ੍ਰਤੀ ਅਕਾਲ ਪੁਰਖ ਅੱਗੇ ਅਰਦਾਸ ਹੈ ਵੀਰਾਂ ਦੇ ਉੱਪਰ ਵੀ ਮੇਰਾ ਭਰਿਆ ਹੱਥ ਰੱਖਣ, ਕਿਉਂਕਿ ਇਹ ਵੀਰ ਹਰ ਸੇਵਾ ਦੇ ਵਿੱਚ ਅੱਗੇ ਰਾਤ ਦੇ 2 ਵਜੇ ਦੇ ਹੁਣ 3 ਵਜੇ ਦੇ ਹੁਣ ਜਦੋਂ ਵੀ ਇਹਨਾਂ ਨੂੰ ਫੋਨ ਆਉਂਦਾ ਹੈ, ਜਿਸ ਤਰ੍ਹਾਂ ਕਿ ਵੀਰ ਜਗਜੀਤ ਸਿੰਘ ਜੀ ਜਿਹੜੇ ਸਾਡੇ ਵੀਰ ਆਨਲਾਈਨ ਸੇਵਾ ਕਰਦੇ ਨੇ, ਮੈਂ ਕਹਿੰਦਾ ਅੱਤ ਦੀ ਜਿਹੜਾ ਉਹ ਸੇਵਾ ਕਰ ਰਹੇ ਨੇ ਕਿ ਸਾਰੀ ਰਾਤ ਉਹ ਆਪਣਾ ਫੋਨ ਚੁੱਕਦੇ ਨੇ। ਮੈਂ ਕਹਿੰਦਾ ਕਿ ਇਹ ਬਹੁਤ ਜ਼ਿਆਦਾ ਸੇਵਾ ਕਰਦੇ ਨੇ। ਅਕਾਲ ਪੁਰਖ ਹਰ ਇੱਕ ਵੀਰ ਤੇ ਆਪਣਾ ਮੇਰਾ ਭਰਿਆ ਹੱਥ ਰੱਖੇ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਕਿਤੇ ਵੀ ਕੋਈ ਵੀ ਕੋਵਿਡ-19 ਦਾ ਪੇਸ਼ੈਂਟ ਹੋਵੇ, ਰਾਤ ਨੂੰ ਦਿਨ ਨੂੰ ਜਦੋਂ ਵੀ ਉਹ ਫੋਨ ਕਰਨ, ਅਸੀਂ ਹਮੇਸ਼ਾ ਹੀ ਤਤਪਰ ਹਾਂ, ਅਸੀਂ ਉਹਨਾਂ ਦੇ ਸੇਵਾ ਵਿੱਚ ਹਮੇਸ਼ਾ ਹੀ ਹਾਜ਼ਰ ਹਾਂ। ਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਦੱਸ ਚੁੱਕੇ ਹੋ, ਜਿਸ ਤਰ੍ਹਾਂ ਵੀਰ ਬਲਜੀਤ ਸਿੰਘ ਨੇ ਵੀ ਦੱਸਿਆ ਕਿ ਕੋਈ ਵੀ ਸੇਵਾ ਹੋਵੇ, ਅਸੀਂ ਕਿਸੇ ਵੀ ਸੇਵਾ ਤੋਂ ਪਿੱਛੇ ਨਹੀਂ ਹਟਦੇ। ਭਾਵੇਂ ਅਗਰ ਹਸਪੀਟਲ ਦੇ ਵਿੱਚ ਕਦੇ ਕਿਸੇ ਟਾਈਮ ਦੀ ਜ਼ਰੂਰਤ ਹੋਵੇ, ਹੋ ਸਕਦਾ ਸਾਡੇ ਕੋਲ ਟਿਕਟ ਨਾ ਹੋਵੇ, ਸਾਡੇ ਐਕਰਨ ਨਾ ਹੋਣ, ਲੇਕਿਨ ਹਰ ਇੱਕ ਵੀਰ ਜਿਹੜਾ ਸਾਡਾ ਉਹ ਤਤਪਰ ਰਹਿੰਦਾ ਹੈ, ਉਹ ਅੱਗੇ ਵੱਧਦਾ ਹੈ। ਅਕਾਲ ਪੁਰਖ ਦੀ ਅੱਜ ਤੱਕ ਬਖਸ਼ਿਸ਼ ਹੀ ਹੋਈ ਹੈ, ਅੱਜ ਤੱਕ ਸਾਡਾ ਕੋਈ ਵੀ ਵੀਰ ਕੋਵਿਡ ਪੋਜ਼ਿਟਿਵ ਨਹੀਂ ਆਇਆ। ਕਾਰਨ ਇਹ ਹੈ ਕਿ ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਸੇਵਾ ਕਰਤ ਹੋਏ ਨੈਕਾਮੀ ਕਿਸ ਕੋ ਹੋਵਤ ਪ੍ਰਾਪਤ ਸੁਆਮੀ, ਜਦੋਂ ਕੋਈ ਵੀ ਸੇਵਾ ਤੁਸੀਂ ਉਸ ਮਨ ਧਨ ਦੇ ਨਾਲ ਉਸ ਗੁਰੂ ਦੀ ਚਰਨਾਂ ਦੇ ਚਲਾਓਗੇ, ਉਹ ਸੇਵਾ ਦਾ ਤੁਹਾਨੂੰ ਜ਼ਰੂਰ ਫਲ ਮਿਲੇਗਾ, ਐਸੀ ਗੱਲ ਨਹੀਂ ਹੈ। ਤੇ ਸਾਡੇ ਵੀਰਾਂ ਤੇ ਵਾਹਿਗੁਰੂ ਦੀ ਕਿਰਪਾ ਰਹੀ। ਤੇ ਜਦੋਂ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਜਾਂਦੇ ਹਾਂ ਤੇ ਜ਼ਰੂਰ ਜਿਹੜਾ ਇਹ ਪ੍ਰੋਟੋਕਾਲ ਹੈ, ਜਿਸ ਤਰ੍ਹਾਂ ਸਾਨੂੰ ਡਾਕਟਰ ਸਾਹਿਬ ਦੱਸਦੇ ਨੇ, ਅਸੀਂ ਜ਼ਰੂਰ ਅਪਣਾਉਂਦੇ ਹਾਂ। ਆਪਣੇ ਪਰਿਵਾਰ ਤੋਂ ਥੋੜ੍ਹੀ ਜਿਹੀ ਜਿਹੜਾ ਉਹ ਡਿਸਟੈਂਸ ਬਣਾ ਕੇ ਰੱਖਦੇ ਹਾਂ, ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦੇ ਹਾਂ ਕਿ ਉਹ ਇਸ ਕਰਕੇ ਰੱਖਦੇ ਹਾਂ ਕਿ ਅਸੀਂ ਇਹ ਸੇਵਾ ਜਿਹੜੀ ਹੈ ਸਾਡੀ ਜਿਹੜੀ ਹੈ ਇਸ ਨੂੰ ਲਾਗਾ ਨਾ ਲੱਗੇ, ਇਹ ਕੰਟੀਨਿਊ ਚੱਲਦੀ ਰਹੇ ਤੇ ਸਾਡੇ ਵੀਰ ਜਿਹੜੇ ਨੇ ਕੰਟੀਨਿਊ ਹਰ ਇੱਕ ਸੇਵਾ ਤੇ ਜਦੋਂ ਵੀ ਇਹਨਾਂ ਨੂੰ ਕਾਲ ਆਵੇ ਹਰ ਸੇਵਾ ਤੇ ਪੁੱਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੀ ਹਰੀ ਜੀ ਨੇ ਅਤੇ ਬਲਜੀਤ ਸਿੰਘ ਜੀ ਨੇ ਤੁਹਾਨੂੰ
ਪਹਿਲਾਂ ਹੀ ਦੱਸਿਆ ਹੈ। ਅਰਦਾਸ ਕੁਝ ਕੁ ਬੇਨਤੀਆਂ ਕਰੇਗਾ। 1-2 ਮਹੀਨੇ ਹੋ ਰਹੇ ਨੇ ਜਿਸ ਤਰ੍ਹਾਂ ਕੋਵਿਡ ਦੀ ਇਹ ਸੇਵਾ ਚੱਲ ਰਹੀ ਹੈ। ਕਾਫੀ ਸਾਡੇ ਵੋਲੰਟੀਅਰ ਜਿਹੜੇ ਇਸ ਵਿੱਚ ਫਰੋਮ ਬਿਗਨਿੰਗ ਤੋਂ ਲੱਗੇ ਹੋਏ ਨੇ, ਚਾਹੇ ਉਹ ਯੂਐਸਐਫ ਤੋਂ ਨੇ, ਚਾਹੇ ਉਹ ਗੁਰੂ ਹਰਕ੍ਰਿਸ਼ਨ ਜੀਵਨ ਸੁਸਾਇਟੀ ਹੈ, GPCs ਨੇ ਜਾਂ ਕੋਮਲ ਲਾਇਬ੍ਰੇਰੀ ਹੈ। ਜਿਸ ਤਰ੍ਹਾਂ ਦਾ ਅੱਜ ਮਾਹੌਲ ਬਣਿਆ ਹੈ, ਪਿਛਲੇ ਕੁਝ ਕੁ ਦਿਨਾਂ ਤੋਂ ਪਹਿਲੇ ਜਿੱਥੇ ਅਸੀਂ ਲੰਗਰ ਸਿਰਫ 2 ਬੰਦਿਆਂ ਨੂੰ ਦਿਨੇ ਤੇ 2 ਸ਼ਾਮ, ਲੇਕਿਨ ਪਿਛਲੇ ਕੁਝ ਦਿਨਾਂ ਤੋਂ ਐਸਾ ਮਾਹੌਲ ਬਣਿਆ ਕਿ ਸਾਡੀ ਜਿਹੜੀ ਰਾਈਜ਼ ਹੋ ਰਹੀ ਹੈ ਇਸ ਟਾਈਮ, ਜਿਹੜਾ ਸਾਡਾ ਕੋਵਿਡ ਦਾ ਕੇਸ ਸਾਡੀ ਕਮਿਊਨਿਟੀ 'ਚ ਰਾਈਜ਼ ਹੋ ਰਹੇ ਨੇ, ਉਸ ਕਰਕੇ ਮੈਂ ਬੇਨਤੀ ਕਰਦਾ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ। ਅੱਜ ਦਾ ਦਿਨ ਮੈਂ ਤੁਹਾਨੂੰ ਦੱਸ ਰਹਾ ਹਾਂ, ਪਿਛਲੇ 5 ਦਿਨ ਪਹਿਲੇ 2 ਬੰਦਿਆਂ ਨੂੰ ਰੋਟੀ ਜਾ ਰਹੀ ਹੈ, ਅੱਜ ਦੀ ਸਾਡੀ ਸਵੇਰੇ ਤੋਂ ਸ਼ਾਮੀ ਤੱਕ 70 ਬੰਦੇ ਦੀ ਟੱਚਿੰਗ ਰੋਟੀ ਜਾ ਰਹੀ ਹੈ। ਤੁਸੀਂ ਆਪ ਹੀ ਦੇਖ ਲਓ ਕਿੱਥੇ ਸਾਡਾ ਮਾਹੌਲ ਬਣ ਰਿਹਾ ਹੈ। ਗੈਦਰਿੰਗ ਨਾ ਕਰੋ, ਮਿਹਰਬਾਨੀ ਕਰੋ, ਗੈਦਰਿੰਗਾਂ ਨਾ ਕਰੋ। ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਕੋਵਿਡ ਵਾਲੰਟੀਅਰ ਤੋਂ ਗੈਦਰਿੰਗਾਂ ਨਾ ਕਰੋ। ਜਿੰਨਾ ਹੋ ਸਕਦਾ ਹੈ ਸੋਸ਼ਲ ਡਿਸਟੈਂਸ ਆਪਣਾ ਪ੍ਰੋਟੋਕੋਲ ਯੂਜ਼ ਕਰੋ, ਕਿਉਂਕਿ ਸਾਡੇ ਕੋਲ ਬਹੁਤ ਹੀ ਅੱਗੇ ਬਹੁਤ ਹੀ ਮਾੜਾ ਟਾਈਮ ਆਉਣ ਵਾਲਾ ਹੈ। ਸਾਡੇ ਕੋਲ ਵੋਲੰਟੀਅਰਾਂ ਦੀ ਬਹੁਤ ਕਮੀ ਹੋ ਰਹੀ ਹੈ। ਸਾਡੇ ਵੋਲੰਟੀਅਰ 5 ਤੋਂ 6 ਜਿਹੜੇ ਨੇ ਉਹੀਓ ਲੱਗੇ ਦੇ ਨੇ, ਬੈਕਗ੍ਰਾਉਂਡ ਤੇ USF, ਫਰੰਟ ਲਾਈਨ ਤੇ USF, ਸੋਸਾਇਟੀ, GPC, ਇਹੋ 10-12 ਬੰਦੇ ਮੈਂਬਰ ਕੰਮ ਕਰ ਰਹੇ ਨੇ। ਆਉਣ ਵਾਲਾ ਸਮਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ, ਇਸੇ ਕਰਕੇ ਅਸੀਂ ਕਹਿੰਦੇ ਤੁਸੀਂ ਸੇਫ ਰਹੋ, ਵੋਲੰਟੀਅਰ ਆਪਣਾ ਆਪ ਸੇਫ ਹੋ ਜਾਏਗਾ, ਕੋਵਿਡ ਦੂਰ ਹੋ ਜਾਏਗਾ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਕੋਲ ਵੋਲੰਟੀਅਰ ਅਗਰ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਆ ਜਾਓ, ਸਾਨੂੰ ਤੁਹਾਡੀ ਜ਼ਰੂਰਤ ਹੈ। ਇਹ ਨਹੀਂ ਕਿ ਕਿਸੇ ਦੇ ਪਰਿਵਾਰ ਦਾ ਕੋਈ ਪ੍ਰੋਜੈਕਟ ਹੈ, ਇਹ ਪੂਰੀ ਸਮੁੱਚੀ ਸੰਗਤ ਦਾ ਪ੍ਰੋਜੈਕਟ ਹੈ। ਆਪਣੀ ਕੌਮ ਬਚਾਓ, ਕੌਮ ਬਚੇਗੀ, ਗੁਰਦੁਆਰੇ ਚੱਲਣਗੇ, ਗੁਰਦੁਆਰੇ ਤਾਂ ਹੀ ਚੱਲਣਗੇ ਜਦੋਂ ਅਸੀਂ ਬਚਾਂਗੇ। ਇਹ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲੋਜ਼ ਆਈ ਨਾਲ ਆਪਾਂ ਇਹਨਾਂ ਨੂੰ ਦੇਖਿਆ ਹੈ ਕਿ ਕਿੰਨੀ ਬਹੁਤ ਜਿਹੜੀ ਇਸ ਟਾਈਮ ਜਿਹੜੀ ਸਿਚੁਏਸ਼ਨ ਹੈਗੀ ਉਹ ਬਹੁਤ ਹੀ ਕ੍ਰਿਟੀਕਲ ਹੈਗੀ ਹੈ, ਜਿਹੜੀ ਕਿ ਆਪਾਂ ਦੀ ਸੰਗਤ ਜਿਹੜੀ ਹੈਗੀ ਸਮਝ ਨਹੀਂ ਰਹੀ ਹੈਗੀ। ਜਿਹੜੇ ਆਪਾਂ ਘਰਾਂ 'ਚ ਬੈਠੇ ਹੈਗੇ ਆ, ਆਪਾਂ ਨੂੰ ਪਤਾ ਨਹੀਂ ਹੈਗਾ ਕਿ ਹਸਪੀਟਲ 'ਚ ਕੀ ਚੱਲ ਰਿਹਾ। ਸਭ ਆਪਾਂ ਨੂੰ ਪਤਾ ਹੈ ਕਰੋਨਾ ਵਾਇਰਸ ਹੋ ਰਿਹਾ, ਸਾਨੂੰ 15 ਦਿਨ ਆਪਾਂ ਰੈਸਟ ਲੈ ਰਹੇ ਆ ਤੇ ਆਪਾਂ ਠੀਕ ਹੋ ਜਾਵਾਂਗੇ। ਨਹੀਂ, ਬਿਲਕੁਲ ਏਦਾਂ ਦਾ ਨਹੀਂ ਹੈਗਾ। ਕਈ ਕੇਸਿਸ ਆਪਾਂ ਦੇਖੇ ਨੇ ਜਿਹੜੇ ਵੈਰੀ ਮਤਲਬ ਨੇੜੇ ਤੋਂ ਦੇਖੇ ਨੇ ਆਪਾਂ ਕਿ ਉਹਨਾਂ ਨੂੰ ਹਰ ਇੱਕ ਘੰਟੇ ਇੱਕ ਨਵਾਂ ਆਕਸੀਜਨ ਦਾ ਸਿਲੰਡਰ ਚਾਹੀਦਾ ਹੈਗਾ। ਤੇ ਇਹਨਾਂ ਹਸਪੀਟਲਾਂ 'ਚ ਬਹੁਤ ਹੀ ਜ਼ਿਆਦਾ ਕਮੀ ਹੈਗੀ ਹੈ ਆਕਸੀਜਨ ਸਿਲੰਡਰ ਦੀ। ਤੇ ਜਿਹੜੇ ਮਰੀਜ਼ ਨੇ ਉਹ ਮਤਲਬ ਬਹੁਤ ਹੀ ਰਿਕੁਐਸਟ ਕਰ ਰਹੇ ਨੇ ਕਿ ਸਾਡੇ ਹਿੱਸੇ 'ਚ ਵੀ ਇੱਕ ਸਿਲੰਡਰ ਦੇ ਦਿਓ, ਕਿਉਂਕਿ ਸਾਡਾ ਮਰੀਜ਼ ਜਿਹੜਾ ਹੈਗਾ ਉਹ ਸੀਰੀਅਸ ਜਾ ਰਿਹਾ ਹੈ ਹਰ ਸਮਾਂ ਬਈ ਸਮਾਂ। ਜੀ ਤੁਸੀਂ ਦੇਖੋ ਕਿ ਕਿੰਨਾ ਇਹਨਾਂ ਵੀਰਾਂ ਦੀ ਡੈਡੀਕੇਸ਼ਨ ਹੈ। ਉਹ ਆਕਸੀਜਨ ਸਿਲੰਡਰ ਮੈਂ ਤੁਹਾਨੂੰ ਦੱਸੇ ਕਿੰਨੇ ਕੁ ਵੱਡੇ ਆਕਸੀਜਨ ਸਿਲੰਡਰ ਨੇ, ਕਿੰਨੇ ਕੁ ਵੱਡੇ ਨੇ, ਤੇ ਉਹ ਵੀਰ ਕਿਸ ਤਰ੍ਹਾਂ ਉੱਥੇ ਲੈ ਕੇ ਜਾਂਦੇ ਨੇ। ਤੇ ਅੱਜ ਮੈਂ ਸਮਝ ਰਿਹਾ ਕਿ ਮੈਂ ਸਮਝਦਾ ਕਿ ਅਸੀਂ ਕਰੋਨਾ ਨੂੰ ਜਿਹੜਾ ਨਾ ਸਾਹਮਣੇ ਦੇਖਿਆ, ਤੇ ਅੱਜ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਇਹ ਚੀਜ਼। ਇਹ ਤੁਹਾਡੇ ਲਈ ਇੱਕ ਚੀਜ਼ ਹੈ। ਅੱਜ ਵੀ ਜੇ ਨਾ ਸੰਭਲੇ, ਖਾਸ ਕਰ ਪਹਿਲਾਂ ਤਾਂ ਮੈਂ ਸਾਰੇ ਇਹ ਲੋਕ ਜਿਹੜੇ ਸਾਡੇ ਭਾਵੇਂ ਮੁਸਲਮਾਨ ਭਰਾ ਦੇਖਦੇ ਨੇ, ਭਾਵੇਂ ਹੋਰ ਕੋਈ ਕਮਿਊਨਿਟੀ ਦੇ ਦੇਖਦੇ ਨੇ, ਉਹਨਾਂ ਸਾਰਿਆਂ ਲਈ ਇੱਕ ਨਸੀਹਤ ਹੈ ਕਿ ਤੁਸੀਂ ਇਸ ਨੂੰ ਮਜ਼ਾਕ ਸਮਝ ਰਹੇ ਹੋ। ਬਹੁਤ ਹੀ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ 'ਚ ਹੈਗੇ। ਅਲਾਰਮਿੰਗ ਸਿਚੁਏਸ਼ਨ ਹੈ ਇਸ ਵਕਤ ਤੁਹਾਡੇ ਲਈ, ਕ੍ਰਿਟੀਕਲ ਸਿਚੁਏਸ਼ਨ ਹੈਗੀ ਹੈ ਬਹੁਤ। ਇਹ ਕ੍ਰਿਟੀਕਲ ਸਿਚੁਏਸ਼ਨ ਹੈ ਇਸ ਵਕਤ। ਇਸ ਵਕਤ ਆਪਾਂ ਨੂੰ ਸਮਝਣਾ ਚਾਹੀਦਾ ਹੈ। ਇਸ ਵਕਤ ਵੈਂਟੀਲੇਟਰ ਨਹੀਂ ਮਿਲਦੇ, ਆਕਸੀਜਨ ਮਾਸਕ ਨਹੀਂ ਮਿਲਦੇ, ਬਹੁਤ ਕੁਝ ਇੱਥੇ ਅਸੀਂ ਜੋ ਦੇਖ ਕੇ ਆਏ ਹਾਂ, ਸਾਨੂੰ ਪਤਾ ਲੱਗ ਗਿਆ, ਤੁਹਾਨੂੰ ਵੀ ਦੱਸਿਆ। ਤੇ ਜਦੋਂ ਅਸੀਂ ਭਾਈ ਬਲਜੀਤ ਸਿੰਘ ਜੀ ਨਾਲ ਗੱਲ ਕਰ ਰਹੇ ਸੀਗੇ ਇਸ ਸਬੰਧ ਦੇ ਵਿੱਚ, ਉਹਦੇ ਵਿੱਚ ਤੁਸੀਂ ਆਪ ਸਾਰਾ ਕੁਝ ਦੇਖਿਆ। ਹੁਣ ਇੱਥੇ ਤੁਹਾਨੂੰ ਸਮਝਣਾ ਚਾਹੀਦਾ ਹੈ। ਮੇਰੇ ਵੀਰ ਜਿਹੜਾ ਅਮਨਵੀਰ ਸਿੰਘ ਜੀ, ਅਸੀਂ ਸਾਰੇ ਉੱਥੇ ਗੱਲ ਕਰ ਰਹੇ ਸੀਗੇ ਇਸ ਬਾਰੇ ਕਿ ਕਿੰਨਾ ਕੁ ਮੁਸ਼ਕਲ ਸਮਾਂ ਹੁੰਦਾ ਹੈ। ਅਸੀਂ ਕੀ ਕਰ ਰਹੇ ਸੀ, ਸਾਨੂੰ ਲੱਗਦਾ ਸੀ ਕੁਝ ਨਹੀਂ ਹੈ। ਅਸੀਂ ਵੀ ਆਪਣਾ ਕੰਮ ਕਰ ਰਹੇ ਸੀ, ਆਪਣਾ ਵੀ ਅਸੀਂ ਚੱਲ ਰਹੇ ਸੀ, ਨਿੱਤਾ ਪ੍ਰਤੀ ਦੇ ਕੰਮ ਸਾਡੇ ਵੀ ਚੱਲਦੇ ਸੀਗੇ। ਜ਼ਿਆਦਾ ਸਾਨੂੰ ਇਸ ਬਾਰੇ ਹੋਰ ਜਾਣਕਾਰੀ ਨਹੀਂ ਸੀ, ਪਰ ਅੱਜ ਜਦੋਂ ਪਤਾ ਲੱਗਿਆ ਕਿ ਕੰਮ ਇਸ ਤਰ੍ਹਾਂ ਦਾ ਹੁੰਦਾ ਹੈ, ਹੋਰ ਇੰਨੀ ਡੈਡੀਕੇਸ਼ਨ ਦੇ ਨਾਲ ਆਪਣਾ ਸਮਾਂ ਦੇਖੋ, ਆਪਣਾ ਵੀ ਇਹਨਾਂ ਨੂੰ ਆਪਣਾ ਵੀ ਕੰਮ ਹੋਏਗਾ, ਆਫਿਸ ਵੀ ਖੋਲੇ ਹੋਏ ਨੇ, ਆਪਣਾ ਸਮਾਂ ਕੱਢ ਕੇ ਦੂਜਿਆਂ ਬੰਦੇ ਦੀ ਸੇਵਾ ਕਰਨਾ। ਤੇ ਜਦੋਂ ਅਸੀਂ ਸਾਰੇ ਦੇਖਿਆ, ਇਹ ਸਾਰਾ ਕੁਝ ਦੇਖਿਆ, ਮੈਂ ਪਹਿਲੇ ਵੀ ਆਪਣੀ ਵੀਡੀਓ ਦੇ ਵਿੱਚ ਕਾਫੀ ਵਾਰ ਕਿਹਾ ਕਿ ਤੁਸੀਂ ਮਾਸਕ ਲਗਾਓ, ਪਰ ਇਹ ਬਹੁਤ ਘੱਟ ਹੋ ਜਾਂਦਾ ਹੈ। ਸਾਡੇ ਸਾਡਾ ਇਲਾਕਾ ਜਿਹੜਾ ਹੈ ਜੀ, ਮੈਂ ਆਪਣੇ ਇਲਾਕੇ ਦੀ ਗੱਲ ਕਰਾਂ, ਕੋਈ ਨਾਂ ਨਹੀਂ ਲੈਣ ਦੀ ਗੱਲ ਹੁੰਦੀ, ਪਰ ਮੈਂ ਅਗਰ ਆਪਣੇ ਇਲਾਕੇ ਦੀ ਗੱਲ ਕਰਾਂ ਨਾ, ਉੱਥੇ ਵੀ ਜਿਹੜਾ ਜੀ ਬਹੁਤ ਸਾਰੇ ਲੋਕ ਪੋਜ਼ਿਟਿਵ ਹੋ ਗਏ ਸੀ ਇੱਕ ਟਾਈਮ। ਤੇ ਬਾਰਾਮੂਲਾ ਦਾ ਇੱਕ ਹੋਰ ਕੁਪਵਾੜਾ ਸਾਈਡ ਇੱਕ ਹੋਰ ਪਿੰਡ ਆਉਂਦਾ ਹੈ, ਉੱਥੇ 65 ਪੋਜ਼ਿਟਿਵ ਸੀ, 65। ਇਹ ਸਾਰੀ ਗੈਦਰਿੰਗ ਦੀ ਕਰਕੇ ਹੋ ਰਿਹਾ। ਗੈਦਰਿੰਗ ਫਸਟ ਵਾਲੇ ਭਾਈ ਸਾਹਿਬ ਨੇ ਕਿਹਾ ਕਿ ਗੈਦਰਿੰਗ ਨੂੰ ਅਸੀਂ ਨਹੀਂ ਦਿੰਦੇ, ਕਿਉਂਕਿ ਹੁਣ ਅਸੀਂ ਆਪਣੀ ਕਮਿਊਨਿਟੀ ਨੂੰ ਉਹ ਚੀਜ਼ ਨਹੀਂ ਕਹਿ ਸਕਦੇ, ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਇੱਕ ਤਾਂ ਪਹਿਲੀ ਗੈਦਰਿੰਗ ਹੋ ਰਹੀ ਹੈ ਜੋ ਜ਼ਿਆਦਾ ਤੋਂ ਜ਼ਿਆਦਾ, ਸੈਕਿੰਡ ਵਨ ਕਿ ਅਸੀਂ ਬਿਨਾਂ ਮਾਸਕ ਲਗਾਏ ਕੇ ਚਲੇ ਜਾਂਦੇ ਹਾਂ। ਸਾਨੂੰ ਜ਼ਿਆਦਾਤਰ ਭਾਵੇਂ ਸ਼ਹਿਰ ਦਾ ਤੁਸੀਂ ਨਹੀਂ ਦੇਖੋਗੇ, ਲੇਕਿਨ ਜਦੋਂ ਤੁਸੀਂ ਬਾਰਾਮੂਲਾ ਸਾਈਡ ਜਾਓਗੇ ਜਾਂ ਫਿਰ
ਚਲੋ ਬਾਰਾਮੂਲਾ ਵੀ ਨਹੀਂ, ਕਈ ਪਿੰਡਾਂ ਸਾਈਡ ਚਲੇ ਜਾਓਗੇ ਨਾ ਤੁਸੀਂ, ਉੱਥੇ ਤੁਹਾਨੂੰ ਨਹੀਂ ਦਿਖਣਗੇ ਜਿਹੜੇ ਮਾਸਕ ਲਾਉਣ ਵਾਲੇ। ਹਾਂਜੀ ਵੀਰ ਜੀ। ਜੀ ਮੇਰੇ ਪ੍ਰਭਜੋਤ ਵੀਰ, ਤੇ ਅੱਜ ਆਪਾਂ ਬਹੁਤ ਹੀ ਨੇੜੇ ਤੋਂ ਦੇਖਿਆ ਇਹ ਸਾਰੀ ਚੀਜ਼ਾਂ ਨੂੰ ਜੀ। ਤੇ ਆਪਾਂ ਤੁਸੀਂ ਸਾਰੇ ਜਿਹੜੇ ਵੀ ਸਾਨੂੰ ਦੇਖ ਰਹੇ ਹੋ, ਇੱਕ ਤੇ ਸਾਰਿਆਂ ਨੂੰ ਇਹ ਸ਼ੇਅਰ ਕਰ ਦਿਓ ਮੈਸੇਜ ਜ਼ਰੂਰ ਭਾਈ ਜ਼ਰੂਰ, ਕਿ ਆਪਾਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਹੱਥ ਜੋੜ ਕੇ ਕਿ ਇਹ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਇਹਨੂੰ ਮੇਨਟੇਨ ਕਰੋ। ਦੂਜਾ ਜਿਹੜਾ ਹੈਗਾ ਮਾਸਕ ਬਹੁਤ ਜ਼ਰੂਰੀ ਹੈਗਾ, ਇਹਨੂੰ ਮਾਸਕ ਨੂੰ ਜਦੋਂ ਵੀ ਬਾਹਰ ਜਾਓ, ਜਦੋਂ ਵੀ ਕਿਸੇ ਨੂੰ ਮਿਲੋ, ਮਾਸਕ ਮੂੰਹ ਤੇ ਜ਼ਰੂਰ ਰੱਖੋ। ਤੇ ਜਿਹੜੀ ਵੀ ਹੈਗੀਆਂ ਗੈਦਰਿੰਗ ਇਹ ਨਾ ਕਰੋ, ਜਿਵੇਂ ਕਿ ਗੁਰਦੁਆਰੇ 'ਚ ਤੁਸੀਂ ਗੈਦਰਿੰਗਸ ਕਰ ਰਹੇ ਹੋ, ਤੁਸੀਂ ਸ਼ਾਦੀ ਵਿਆਹ ਕਰ ਰਹੇ ਹੋ, ਹਜੇ ਵੀ ਨਹੀਂ ਤੁਸੀਂ ਸੰਭਲ ਰਹੇ, ਤੇ ਮੈਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਆਪਾਂ ਨੂੰ ਸਮਾਂ ਮਿਲੂਗਾ ਸੰਭਲਣ ਦਾ, ਕਿਉਂਕਿ ਇਹ ਜਿਹੜਾ ਟਾਈਮ ਹੈਗਾ ਇਹ ਸਭ ਤੋਂ ਕ੍ਰੂਸ਼ਲ ਟਾਈਮ ਹੈਗਾ। ਜਿੰਨੇ ਵੀ ਆਪਾਂ ਗੈਦਰਿੰਗਸ ਕਰ ਰਹੇ ਨੇ ਆਪਾਂ ਨੂੰ ਇਹ ਬੰਦ ਕਰਨੀ ਚਾਹੀਦੀਆਂ ਨੇ, ਤੇ ਆਪਾਂ ਨੂੰ ਹਜੇ ਸੰਭਲ ਜਾਣਾ ਚਾਹੀਦਾ, ਨਹੀਂ ਤੇ ਬਾਅਦ 'ਚ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਹੈ ਕਿ ਇਹ ਜਿਹੜੀ ਪੈਂਡੇਮਿਕ ਹੈਗੀ ਜਿਹੜੀ ਇਸ ਟਾਈਮ ਚੱਲ ਰਹੀ ਹੈ, ਇਹਨੂੰ ਬਾਅਦ 'ਚ ਸੰਭਾਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਊਗਾ। ਜੀ ਬਿਲਕੁਲ ਜੀ। ਸੋ ਅਸੀਂ ਵੀ ਤੁਹਾਡੇ ਸਾਰੇ ਸੰਤਾਂਗੇ ਫਿਰ ਤੋਂ ਬੇਨਤੀ ਕਰਦੇ ਹਾਂ, ਸੋਸ਼ਲ ਡਿਸਟੈਂਸਿੰਗ ਕਿਸੇ ਵੀ ਗੈਦਰਿੰਗ ਨੂੰ ਹਾਲੇ ਨਾ ਕਰੋ। ਔਰ ਕੋਈ ਜੇ ਜ਼ਿਆਦਾ ਮਜਬੂਰੀ ਹੈਗੀ ਤਾਂ ਭਾਈ ਸਾਹਿਬ ਨੇ ਵੀ ਦੱਸਿਆ ਸੀ, ਅਸੀਂ ਵੀ ਦੱਸਦੇ ਹਾਂ ਕਿ ਕਿਸ ਤਰ੍ਹਾਂ ਲਿਮਟਿਡ ਤਰੀਕੇ ਦੇ ਵਿੱਚ ਕੰਮ ਕਰੋ। ਸੋ ਇੰਨੀ ਹੀ ਵੀਡੀਓ ਅੱਜ ਦੀ ਹੈ ਜੀ। ਸੋ ਮੈਨੂੰ ਪਤਾ ਆਸ ਹੈ ਕਿ ਤੁਸੀਂ ਸਾਰੇ ਸਮਝ ਗਏ ਹੋਗੇ ਜੋ ਅਸਲੀ ਪਰਪਸ ਹੈ ਵੀਡੀਓ ਬਣਾਉਣ ਦਾ, ਉਹ ਸਾਰਿਆਂ ਨੂੰ ਪਤਾ ਲੱਗੇਗਾ, ਕਿਉਂਕਿ ਅਸੀਂ ਫਰੰਟ ਤੇ ਜਾ ਕੇ ਸਾਰਾ ਕੁਝ ਕਰ ਰਹੇ ਹਾਂ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਵੀਡੀਓ ਨੂੰ, ਤੇ ਸ਼ੇਅਰ ਵੀ ਕਰਿਓ, ਤੇ ਨੋਟੀਫਿਕੇਸ਼ਨ ਦਾ ਬਟਨ ਵੀ ਜ਼ਰੂਰ ਦਬਾ ਦਿਓ, ਤੇ ਸ਼ੇਅਰ ਸਾਡੀ ਵੀਡੀਓ ਨੂੰ ਜ਼ਰੂਰ ਕਰ ਦਿਓ, ਤਾਂ ਕਿ ਸਾਡੀ ਜਿਹੜੀ ਮੈਸੇਜ ਹੈਗੀ ਹੈ ਮੇਨ ਇਸ ਵੀਡੀਓ ਦੇ ਪਿੱਛੇ, ਉਹ ਹਰ ਇੱਕ ਸੰਗਤ ਤੱਕ, ਹਰ ਜਨਤਾ ਤੱਕ ਪਹੁੰਚ ਜਾਏ, ਤੇ ਉਹ ਇਸ ਗੱਲ ਤੇ ਅਮਲ ਕਰ ਸਕਣ, ਤੇ ਉਹ ਇਸ ਕੰਡੀਸ਼ਨ ਨੂੰ ਸਮਝ ਜਾਣ। ਜੀ ਬਿਲਕੁਲ। ਸੋ ਇੰਨੀ ਹੀ ਅੱਜ ਦੀ ਵੀਡੀਓ ਹੈ। ਕਮੈਂਟ ਕਰਕੇ ਸਾਨੂੰ ਵੀਡੀਓ ਦੇ ਵੀਵਸ ਵੀ ਦੱਸਣੇ। ਸੋ ਚਲੋ ਅਗਲੀ ਵੀਡੀਓ ਵਿੱਚ ਵਾਪਸ ਤੁਹਾਡੇ ਨਾਲ ਮਿਲਾਂਗੇ, ਤਦ ਤੱਕ ਲਈ ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।